बचन बसै जी नाले गुर का, बचन बसै जी नाले, बचन बसै जी नाले गुर का, बचन बसै जी नाले, बचन बसै जी नाले गुर का, बचन बसै जी नाले। जल नहीं डूबे तस कर नहीं लेवै, जल नहीं डूबे तस कर नहीं लेवै, पाहे ना साकै जाले गुर का, बचन बसै जी नाले, बचन बसै जी नाले गुर का, बचन बसै जी नाले, बचन बसै जी नाले गुर का, बचन बसै जी नाले। जल नहीं डूबे तस कर नहीं लेवै, जल नहीं डूबे तस कर नहीं लेवै, पाहे ना साकै जाले गुर का, बचन बसै जी नाले, बचन बसै जी नाले गुर का, बचन बसै जी नाले, बचन बसै जी नाले गुर का, बचन बसै जी नाले। निमाणियां दे माण सतगुरु, निदाणियां दे दान सतगुरु, नेवटियां दी ओट मेरी पीरी दे मालक साहिब सतगुर सच्चे पातशाह धन धन साहिब श्री गुरु हरगोबिंद साहिब सच्चे पातशाह जी महाराज, मालिक जी के पावन अस्थान गुरुद्वारा दाता बंदी छोड़ साहिब जी विखे जबर छतर तखत के मालिक, रहमतां दे रहबर, कायनात दे मालिक, मुजस्माए आबे हयात सतगुरु 11वीं पातशाही धन धन साहिब श्री गुरु ग्रंथ साहिब महाराज सच्चे पातशाह जी की हजूरी अंदर सतगुरु जी का दर्शन दीदार कर रहे गुरु जी की दर्शनार्थी संगत ते गुरु घर दे विच वख-वख थावां ते सभावां निभा रहे गुरमुख सतसंगी जनों, सतगुर सच्चे पातशाह ने शरीर सवास सतसंग दीयां घड़ियां बख्शियां ने, मालिक ने रहमत की है। आओ इन्हां घड़ियां नूं सफलियां करते हुए मालिक गुरदेव सच्चे पातशाह जी के चरणों के विच लवाइए हाजरी, चौंकड़े मार मनो बिरदियां एकाग्र कर, झुकाओ सीस, बुलाइए फतेह, आखो जी वाहिगुरू जी का खालसा वाहिगुरू जी की फतेह। गुर का बचन बसै जी नाले, जल नहीं डूबे तस कर नहीं लेवै, भाहे ना साके जाने। गुरदेव पातशाह का वचन, उस मालिक का हुक्म पानी के विच नहीं डुब सकता, जिहड़ा गुरु गुरमुखों हुक्म कर देवे ना, सतगुरां दी रसना दे विचों, मालिक दी रसना दे विचों जिहड़े बोल निकल जाण, वो फिर पानी के विच नहीं डुबदे। जल नहीं डूबे तस्कर नहीं लेवै, कहते सतगुरां ने वचन किया कि चोर को चुरा नहीं सकता, तस्कर नहीं लेवै, भाहे ना साके जाले ते अग दे विच सड़ भी नहीं सकता। गुरु का वचन ते पहली मर्यादा ते फिर ये
ਸਾਹਮਣੇ ਆਉਂਦੀ ਹੈ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਜਦੋਂ ਅੰਮ੍ਰਿਤ ਵੇਲੇ ਹੁਕਮਨਾਮਾ ਆਉਂਦਾ ਹੈ, ਗੁਰੂ ਦੇ ਸਿੱਖ ਨੇ, ਬਾਬੇ ਨਾਨਕ ਦੇ ਸਿੱਖ ਨੇ, ਮਾਲਕ ਦੇ ਚਰਨਾਂ ਦੇ ਰਸੀਏ ਨੇ, ਜਿਹੜਾ ਹੁਕਮਨਾਮਾ ਹੈ ਨਾ ਗੁਰੂ ਸਾਹਿਬ ਦਾ, ਸਤਿਗੁਰਾਂ ਦਾ ਹੁਕਮ ਹੈ, ਉਹ ਸਵੇਰੇ ਅੰਮ੍ਰਿਤ ਵੇਲੇ ਤੋਂ ਲੈ ਕੇ ਸ਼ਾਮ ਤੱਕ ਜ਼ਿੰਦਗੀ ਦੇ ਵਿੱਚ, ਜ਼ਿੰਦਗੀ ਭਰ ਦੇ ਵਿੱਚ ਕਮਾਉਣਾ ਹੈ। ਜਦੋਂ ਵੀ ਗੁਰੂ ਸਵੇਰੇ ਅੰਮ੍ਰਿਤ ਵੇਲੇ ਹੁਕਮ ਕਰਦਾ ਹੈ, ਕੇਵਲ ਪੜ੍ਹਨ ਤੱਕ ਜਾਂ ਨੋਟ ਕਰਨ ਤੱਕ ਆਪਾਂ ਗੁਰੂ ਕੋ ਸੀਮਤ ਨਹੀਂ ਰਹਿਣਾ, ਕਿਉਂਕਿ ਬਹੁਤ ਗਿਣਤੀ ਦੇ ਵਿੱਚ ਕਈ ਵਾਰੀ ਦੇਖਿਆ ਜਾਂਦਾ ਕਿ ਆਪਾਂ ਪੜ੍ਹ ਲੈਂਦੇ ਹਾਂ, ਪਰ ਉਸ ਦੇ ਉੱਤੇ ਚੱਲਣਾ ਤੇ ਗੁਰਮੁਖੋ ਬਹੁਤ ਹੀ ਮੁਸ਼ਕਿਲ ਹੈ। ਕਿਉਂਕਿ ਜੇ ਗੁਰੂ ਦੇ ਬਚਨ ਦੇ ਉੱਤੇ ਚੱਲਣਾ ਹੈ, ਜੇ ਨਿਰੰਕਾਰ ਦੇ ਬਚਨਾਂ ਦੇ ਉੱਤੇ ਚੱਲਣਾ, ਤੇ ਫਿਰ ਸੰਸਾਰ ਦੇ ਗੱਲਾਂ ਨੂੰ ਛੱਡਣਾ ਪਵੇਗਾ। ਇੱਕ ਪਾਸੇ ਸੰਸਾਰ ਦੀਆਂ ਗੱਲਾਂ ਨੇ, ਇੱਕ ਪਾਸੇ ਗੁਰੂ ਦਾ ਬਚਨ ਹੈ, ਤੇ ਜਦੋਂ ਨਿਰੰਕਾਰ ਦਾ ਬਚਨ ਕਮਾਉਣਾ ਹੋਵੇਗਾ ਤੇ ਫਿਰ ਸੰਸਾਰ ਦੀਆਂ ਗੱਲਾਂ ਨੂੰ ਛੱਡਾਂਗੇ ਤੇ ਫਿਰ ਹੀ ਗੁਰੂ ਦਾ ਬਚਨ ਕਮਾਇਆ ਜਾਵੇਗਾ ਨਾ। ਕਿਉਂਕਿ ਸੰਸਾਰ ਤੇ ਇੱਕ ਪਾਸੇ ਨਿਰੰਕਾਰ, ਦੋਹਾਂ ਦਾ ਆਪਸ ਦੇ ਵਿੱਚ ਜਿਹੜਾ ਉਹ ਜੋੜ ਨਹੀਂ ਹੁੰਦਾ। ਗੁਰੂ ਦਾਤਾ ਰਹਿਮਤ ਕਰੇ, ਕਿਰਪਾ ਕਰੇ, ਗੁਰੂ ਕਾ ਬਚਨ ਬਸੈ ਜੀ ਨਾਲੇ। ਸਤਿਗੁਰ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ, ਕਿਉਂਕਿ ਪ੍ਰਕਾਸ਼ ਦਿਹਾੜੇ ਤੋਂ ਆਪਾਂ ਆਰੰਭਤਾ ਕੀਤੀ ਸੀ, ਗੁਰੂ ਕਾ ਬਚਨ ਬਸੈ ਜੀ ਨਾਲੇ, ਕਿ ਬਚਨ ਹੋਇਆ ਗੋਇੰਦਵਾਲ ਸਾਹਿਬ ਦੀ ਧਰਤ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ, ਤੇ ਬਚਨ ਵਰਤਿਆ ਲਾਹੌਰ ਦੀ ਧਰਤੀ ਤੇ ਜਾ ਕੇ, ਬਚਨ ਵਰਤਿਆ ਸੱਚਖੰਡ ਸ੍ਰੀ ਹਰਿਮੰਦਰ ਅੰਮ੍ਰਿਤਸਰ ਸਾਹਿਬ ਦੀ ਧਰਤ ਤੇ ਜਾ ਕੇ। ਗੁਰਮੁਖੋ ਲੜੀ ਨੂੰ ਜੋੜਨ ਦੇ ਲਈ ਆਰੰਭਤਾ ਪਿਛਲੇ ਇਤਿਹਾਸ ਚੋਂ ਕਰੀਏ ਕਿ ਸਤਿਗੁਰ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੋਇੰਦਵਾਲ ਸਾਹਿਬ ਦੀ ਧਰਤੀ ਦੇ ਉੱਤੇ ਗੁਰਮੁਖੋ ਬਚਨ ਕੀਤਾ ਸੀ ਕਿ ਦੋਹਿਤਾ ਬਾਣੀ ਕਾ ਬੋਹਿਥਾ। ਬੋਹਿਤ ਹੁੰਦਾ ਗੁਰਮੁਖੋ ਜਹਾਜ਼, ਤੇ ਅਵਸਥਾ ਜੇ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਛੋਟੀ ਹੈ, ਰਿੜਦੇ ਹੋਏ ਆਏ ਨੇ, ਪਲੰਗੇ ਦੇ ਨਾਲ ਖੜੇ ਹੋਏ ਨੇ। ਬੇਬੇ ਭਾਨੀ ਜੀ ਜਾ ਕੇ ਸਤਿਗੁਰਾਂ ਨੂੰ ਫੜਨ ਲੱਗੇ ਨੇ, ਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਰੋਕ ਦਿੱਤਾ ਸੀ ਕਿ ਇਹਨਾਂ ਨੂੰ ਇੱਥੇ ਖੜਾ ਰਹਿਣ ਦਿਓ। ਤੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੋਹਾਂ ਹੱਥਾਂ ਦੇ ਨਾਲ, ਬਾਹਾਂ ਦੇ ਨਾਲ ਉਤਾਂ ਨੂੰ ਚੁੱਕਿਆ ਤੇ ਗੋਇੰਦਵਾਲ ਸਾਹਿਬ ਦੀ ਧਰਤੀ ਦੇ ਉੱਤੇ ਬਚਨ ਕਰ ਦਿੱਤਾ ਸੀ, ਦੋਹਿਤਾ ਬਾਣੀ ਕਾ ਬੋਹਿਤਾ। ਡਾਕਟਰ ਕੇਸੀ ਅਰੋੜਾ ਨੇ ਵੀ ਇਸ ਕਥਾ ਨੂੰ ਕੋਟ ਕੀਤਾ ਹੈ। ਆਪਾਂ ਸਾਖੀਆਂ ਦੇ ਵਿੱਚ ਵੀ ਪੜ੍ਹਦੇ ਹਾਂ, ਇਤਿਹਾਸਕ ਸਰੋਤਾਂ ਦੇ ਅੰਦਰ ਵੀ ਜ਼ਿਕਰ ਮਿਲਦਾ ਹੈ ਕਿ ਗੁਰੂ ਦਾ ਬਚਨ ਸਿੱਖ ਦੇ ਵਾਸਤੇ ਕਿੰਨਾ ਅਹਿਮ ਹੈ, ਜ਼ਿੰਦਗੀ ਦੇ ਵਿੱਚ ਬੇਮੋਲ ਹੈ, ਬੇਕੀਮਤੀ ਹੈ, ਜਿਹਦੀ ਕੋਈ ਕੀਮਤ ਹੀ ਨਹੀਂ ਕਹੀ ਜਾ ਸਕਦੀ। ਸਤਿਗੁਰ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਪਹੁੰਚਦੇ ਨੇ ਲਾਹੌਰ ਦੀ ਧਰਤ ਦੇ ਉੱਤੇ, ਤੇ ਸਬੱਬ ਬਣਦਾ ਹੈ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਤਾਏ ਦੇ ਸਪੁੱਤਰ ਸਹਾਰੀ ਮੱਲ ਜੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆਉਂਦੇ ਨੇ ਕਿ ਤੁਸੀਂ ਜਾ ਕੇ ਆਪਣੇ ਭਤੀਜੇ ਦੇ ਵਿਵਾਹ ਕਾਰਜਾਂ ਦੇ ਵਿੱਚ ਸ਼ਾਮਲ ਹੋਵੋ। ਤੇ ਗੁਰਦੇਵ ਪਾਤਸ਼ਾਹ ਨੇ ਜਾਣ ਤੋਂ ਇਨਕਾਰ ਕਰ ਦਿੱਤਾ ਸੀ। ਹੁਣ ਕਈ ਵਾਰੀ ਅਚੰਭਾ ਜਿਹਾ ਲੱਗੇਗਾ ਕਿ ਗੁਰੂ ਨੇ ਇਨਕਾਰ ਕਿਉਂ ਕੀਤਾ ਹੈ। ਪਿਛਲੇ ਦੀਵਾਨਾਂ 'ਚ ਵੀ ਸਾਂਝ ਪਾਈ ਹੈ, ਪਰ ਗੁਰਮੁਖੋ ਸੰਗਤ ਕੁਝ ਨਵੀਂ ਆਉਂਦੀ ਹੈ। ਇੱਥੇ ਥੋੜ੍ਹਾ ਜਿਹਾ ਰੁਕ ਕੇ ਆਪਾਂ ਸਮਝ ਲਈਏ ਕਿ ਗੁਰੂ ਸਾਹਿਬ ਨੇ ਇਨਕਾਰ ਕਿਉਂ ਕੀਤਾ ਸੀ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਨੇ ਉਹ ਕਾਰ ਸੇਵਾ ਸੌਂਪ ਕੇ ਗਏ ਨੇ, ਸੇਵਾਵਾਂ ਸੌਂਪ ਗਏ ਨੇ ਗੋਇੰਦਵਾਲ ਸਾਹਿਬ ਦੀਆਂ। ਨਿਰੰਤਰ ਸੇਵਾਵਾਂ ਚੱਲਦੀਆਂ ਨੇ, ਦਿਨ ਰਾਤ ਨਿਤਨੇਮ ਹੁੰਦਾ ਹੈ, ਉਹ ਵੀ ਨੇਮ ਨਾਲ ਨਿਭਾਉਣਾ ਹੈ। ਮਾਝਾ, ਮਾਲਵਾ, ਦੁਆਬਾ, ਕਾਬਲ, ਕੰਧਾਰ, ਗੁਜਰਾਤ, ਇੱਥੋਂ ਸੰਗਤ ਪੈਦਲ ਚੱਲ ਕੇ ਆਇਆ ਕਰਦੀ ਸੀ, ਤੇ ਸੰਗਤ ਦੀ ਵੀ ਜਿਹੜੀ ਉਹ ਸੇਵਾ ਸੰਭਾਲ ਕਰਨੀ ਹੈ। ਹੁਣ ਇੱਕ ਮਰਜ਼ਾਦਾ ਹੋਰ ਹੈ ਕਿ ਸਤਿਗੁਰ ਸੱਚੇ ਪਾਤਸ਼ਾਹ ਸੰਗਤ ਦੇ ਪ੍ਰਤੀ ਕਿੰਨਾ ਧਿਆਨ ਰੱਖਦੇ ਨੇ। ਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਆਖਿਆ ਕਿ ਪਿਤਾ ਗੁਰੂ ਜੀ ਹੁਕਮ ਕਰਕੇ ਗਏ ਨੇ ਕਿ ਸੰਗਤ ਦੀ ਜਿਹੜੀ ਉਹ ਸੇਵਾ ਕਰਨੀ ਹੈ, ਤੇ ਨਿਤਨੇਮ ਦੇ ਵਿੱਚ ਫਰਕ ਨਹੀਂ ਪੈਣ ਦੇਣਾ। ਤੇ ਦੂਸਰਾ ਜਿਹੜਾ ਬਚਨ ਕੀਤਾ ਮਾਲਕ ਗੁਰਦੇਵ ਸੱਚੇ ਪਾਤਸ਼ਾਹ ਨੇ, ਪਿਛਲੇ ਜ਼ਮਾਨਾ 'ਚ ਸਾਂਝ ਦੇ ਪਾ ਚੁੱਕੇ ਹਨ, ਪਰ ਉਹ ਮੇਰੇ ਮਾਲਕ ਸੱਚੇ ਪਾਤਸ਼ਾਹ ਦੇ ਬੋਲ ਹੀ ਇੰਨੇ ਕੋ ਕੀਮਤੀ ਨੇ
कि सतगुर सच्चे पातशाह जी ने वचन किया सी कि जे असी कारजां दे विच शामिल होवांगे, सहारे मन जी तुहाडे बेटे की बरात जाएगी, असी बरात दे विच शामिल होवांगे जाके। लड़की वालियां नूं इस गल का पता नहीं है, इस गल का बोध नहीं है। तो जदों असी उत्थे पहुंचांगे तो भारी गिनती दे विच उत्थे सिख संगत आवेगी। तो जदों भारी गिनती च सिख संगत आवेगी तो लड़की का बाप प्रशादे पानी का प्रबंध तो करेगा ना। जदों प्रशादे का प्रबंध करेगा, बड़ियां मुश्किलों का सामना करना पवेगा लड़की के बाप नूं। ते कुछ वस्तुआं जिहड़ियां उधारियां भी मंगणियां पैणगीआं। गुरमुखो घर दे विच 5 प्राहुणिਆਂ ਦਾ प्रबंध है तो घर दे विच 100 प्राहुणा आ जाता है, तो इसलिए घर दे विच मुश्किलां खड़ियां हो जांदियां ने। आपां गृहस्थी जीवन घरां पिंडां दे विचों गुरमुखो आए आपां जाणदे हां चंगी तरह इस गल नूं। गुरदेव पातशाह ने इनकार कर दिता। लड़की का बाप उधार सुधार जिहड़ा सौदा घर दे विच रस्ता लैके आवेगा ते कई महीनों तक वो कर्जा चुकाउंदा रहेगा। ये वचन गुरु रामदास महाराज जी के सन, क्योंकि बहुत सारिया गुरमुखों मर्यादा ने जिहड़ियां जिहड़ी रहत मर्यादा बनी है ना, वो नहीं कोट होइयां। जदों गुरु की साखियां आपां पढ़दे हैं तो वो मर्यादा सामने आउंदी है। सचखंड श्री हरमंदर साहिब आपां सारे जाके नतमस्तक होंदे जाना भी चाहिए गुरु के स्थानां दे उत्ते। दूसरा, हर कोई गुरु का प्यारा, गुरु का सिख दस्तारधारी, कुछ अमृतधारी भी ने, कुछ सहजधारी भी ने, ते हर एक धन गुरु नानक साहब महाराज जी के सिख ने। ते ये बाबे नानक के घर के विचों आवाज़ आई है कि जे भारी गिनती के विच बरात लड़की वालियां दे घर दे विच जावेगी ते लड़की का बाप करजाई हो जाएगा। ये वचन ने गुरु रामदास महाराज सच्चे पातशाह जी दे। ते हुण गुरमुखो देखना यह है, आरंभता आपां कीती सी गुरु गुर का वचन बसे जी नाले, कि जिहड़ा गुरु का वचन है वो साडी जिंद दे नाल निभदा है, शरीर दे नाल नहीं, जिंद दे नाल, जी नाले। कि जदों असीं ये फानी संसार नूं छड्ड के जावांगे ना, जदों मैं इत्थों छड्ड के जावांगा, शरीर ते गुरमुखो मेरा इत्थे ही रह जाएगा। ये सच्चाइयां ने, कबूल नहीं करते असीं इस गल नूं। पहली गल तो सुनना ही नहीं चाहते, जे सुनना चाहते हैं तो कबूल नहीं करना चाहते। शरीर मेरा इत्थे रह जाएगा, आत्मा निकल के जाती है, जीव आत्मा निकल के जाती है, जिंद निकल के जाती है। तो गुरदेव पातशाह ने आख्या उहदे नाल ते ये वचन निभना सी। ते पर साडे गुरमुखो इत्थे शब्द की वरती है, मंदे भाग वरत लईए कि गुरु रामदास महाराज जी ने आख्या कि जे लोड़ तो वध बरात लड़की वालियां दे घर दे विच लैके जाओगे ते लड़की का बाप करजाई हो जाएगा। तो हुण कहण की जरूरत नहीं, अपने मनां दे अंदर झाती मारीए कि अज हो की रहा है, अज हालात कैसे ने। की हालात ने गुरमुखो कि 50 आ गए, 100 आ गया, 150 आ गया। तो उत्थे फिर जिहड़ा, क्योंकि शब्द प्रशादा तो आप वरत नहीं सकते, प्रशादे दे विच गुरमुखो दाल फुलका हुंदा है। तो हुण शर्तां लगदियां ने कि प्लेट भाई 500 वाली दे रहे हैं कि 2000 वाली। ये वचन गुरमुखो ना तो किताब दे ने, ना रसाले दे ने, ते ना मेरे कोई अपने बनाए ने। ये वचन धन गुरु रामदास महाराज जी ने झोली दे विच पा के लैके जाओ। 14 के दिहाड़े ते गुरमुखो तुसीं इकत्तर होए हो, इस दाते के दरबार के विचों गुरमुखो कुछ दातां लैके आपां जाणियां हुंदियां ने, जिहड़ियां बहु गिणती दे विच आपां लैके नहीं जाते। हुण गुरु रामदास महाराज सच्चे पातशाह जी नूं दिन दिहाड़े चैलेंज किया जा रहा कि सतगुरु होवेगा तेरा वचन, होवेगा तेरा वचन कदी तो कीता होवेगा गोविंदवाल साहब की धरती के उत्ते कि लड़की का बाप करजाई हो जाएगा। पर सतगुरु ये वचन तो सानू फिट नहीं ना बैठता, ये वचन तो साडी जिंदगी ने अनुकूल तुसीं कीता ही नहीं। असीं ते खरूद भी करना है, असीं ते बरात इउं लैके जानी है जिवें कोई दिल्ली फतेह करन चलिया हुंदा, महीना पहला तैयारियां हुंदियां ने ना।
ਤੇ ਬਚਨ ਗੁਰੂ ਰਾਮਦਾਸ ਜੀ ਦੇ ਨੇ। ਇਸ ਕਰਕੇ ਗੁਰਮੁਖੋ ਕਹਿਣ ਤੋਂ ਕੋਈ ਝਕ ਨਹੀਂ ਕਿ ਮੇਰੇ ਮਾਲਕ ਦੇ ਬਚਨ ਨੇ, ਸਤਿਗੁਰਾਂ ਦੇ ਬਚਨ ਨੇ। ਜੇ ਕਿਸੇ ਕਿਤਾਬ ਦੇ ਬਚਨ ਹੁੰਦੇ ਅਸੀਂ ਹੋ ਸਕਦਾ ਝਕ ਕੇ ਬਚਨ ਕਹਿੰਦੇ, ਪਰ ਬਚਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਨੇ, ਜਿੱਥੇ ਦੁਨੀਆ ਭਰ ਦੇ ਸਿੱਖ ਦਾ ਆ ਕੇ ਮੱਥਾ ਟੇਕਦਾ ਹੈ, ਜਿੱਥੇ ਦੁਨੀਆ ਭਰ ਤੋਂ ਸਿੱਖ ਦਾ ਆ ਕੇ ਸੀਸ ਝੁਕ ਜਾਂਦਾ। ਧੰਨ ਗੁਰੂ ਰਾਮਦਾਸ ਮਹਾਰਾਜ ਜੀਓ, ਕਦੇ ਤੇਰੇ ਹੱਥ ਦੇ ਵਿੱਚ ਘੁੰਗਣੀਆਂ ਵਾਲੀ ਬਾਲਟੀ ਸੀ ਦਾਤਾਰ, ਅੱਜ ਉਹ ਬਾਲਟੀ ਦੇ ਵਿੱਚ ਏਡੀ ਕਿਹੜੀ ਰਹਿਮਤ ਵਰਤ ਗਈ ਕਿ ਸੰਸਾਰ ਦੇ ਕੋਨੇ-ਕੋਨੇ ਦੇ ਵਿੱਚੋਂ ਸੰਗਤ ਆਉਂਦੀ ਹੈ, ਪਰ ਉਹ ਬਾਲਟੀ ਨਿਰੰਤਰ ਹੀ ਚੱਲੀ ਜਾ ਰਹੀ ਹੈ। ਗੁਰਮੁਖੋ ਨਿਰੰਤਰ ਹੀ 5 ਬੰਦਿਆਂ ਨੂੰ ਪ੍ਰਸ਼ਾਦਾ ਛਕਾਉਣਾ ਭਾਰੀ ਹੁੰਦਾ ਘਰ ਦੇ ਵਿੱਚ, 10 ਬੰਦਿਆਂ ਨੂੰ ਘਰ ਦੇ ਵਿੱਚ ਸਾਂਭਣਾ ਔਖਾ ਹੁੰਦਾ ਹੈ। ਉਹ ਮਾਲਕ ਦਾਤਾਰ ਦੇ ਘਰ ਦੇ ਵਿੱਚ ਗੁਰਮੁਖੋ ਗਿਣਤੀ ਕੋਈ ਨਹੀਂ। ਤੇ ਕਿਤੇ ਸਮਾਂ ਸੀ ਜਦੋਂ ਸੋਢੀ ਵੰਸ਼ ਨੇ ਲਾਹੌਰ ਦੀ ਧਰਤੀ ਦੇ ਉੱਤੇ ਬਾਂਹ ਨਹੀਂ ਫੜੀ ਤੇ ਸਤਿਗੁਰਾਂ ਦੇ ਹੱਥ ਦੇ ਵਿੱਚ ਘੁੰਗਣੀਆਂ ਵਾਲੀ ਬਾਲਟੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਤੇ ਅੱਜ ਉੱਥੇ ਰਹਿਮਤ ਵਰਤਦੀ ਹੈ। ਉਸ ਦਾਤੇ ਦਾ ਬਚਨ ਹੈ, ਉਹ ਦਾਤੇ ਦਾ ਬਚਨ ਆਪਾਂ ਜ਼ਿੰਦਗੀ ਦੇ ਵਿੱਚ ਗੁਰਮੁਖੋ ਕਮਾਉਣਾ ਹੈ। ਸੰਸਾਰ ਵਾਲੇ ਪਾਸੇ ਅਸੀਂ ਨਹੀਂ ਖਲੋਣਾ। ਇਹ ਸੰਸਾਰ ਦੀ ਕਹਾਣੀ ਹੈ ਕਿ ਪਲੇਟ 500 ਵਾਲੀ ਚਾਹੀਦੀ ਹੈ ਕਿ 2000 ਵਾਲੀ, ਪੈਲਸ ਕਿਹੜਾ ਚਾਹੀਦਾ ਹੈ। ਅੱਜ ਦੀ ਕਹਾਣੀ ਜਿਹੜੀ ਹੈ ਇਹ ਗੁਰੂ ਰਾਮਦਾਸ ਦੇ ਬਚਨਾਂ ਦੇ ਨਾਲ ਗੁਰਮੁਖੋ ਨਹੀਂ ਅਨੁਕੂਲ। ਤੇ ਫਿਰ ਹੁਣ ਸਮਝ ਨਹੀਂ ਲੱਗਦੀ ਕਿ ਸਾਡੇ ਸਾਰਿਆਂ ਦੇ ਸਿਰਾਂ ਤੇ ਦਸਤਾਰਾਂ ਨੇ, ਅਸੀਂ ਦਸਤਾਰਧਾਰੀ ਹਾਂ, ਅਸੀਂ ਗੁਰੂ ਰਾਮਦਾਸ ਦੇ ਸਿੱਖ ਹਾਂ ਜਾਂ ਨਹੀਂ। ਪਹਿਲਾਂ ਤੇ ਸਵਾਲ ਹੀ ਇਹ ਖੜਾ ਹੋ ਜਾਂਦਾ ਹੈ, ਕਿਉਂਕਿ ਅਰੰਭਤਾ ਕੀਤੀ ਹੈ ਗੁਰ ਕਾ ਬਚਨ ਬਸੈ ਜੀ ਨਾਲੇ। ਹੋਵੇ ਸਾਡੇ ਗੁਰੂ ਦਾ ਬਚਨ, ਹੋਵੇ ਸਾਡੇ ਬਾਪ ਦਾ ਬਚਨ, ਤੇ ਅਸੀਂ ਮੰਨੀਏ ਨਾ। ਦੂਸਰਾ, ਇਸੇ ਬਚਨ ਦੇ ਉੱਤੇ ਰੁਕ ਕੇ ਗੁਰੂ ਕਿ ਜਦੋਂ ਬਰਾਤ ਜਾਂਦੀ ਹੈ ਪੈਲਸਾਂ ਦੇ ਵਿੱਚ, ਹੁਣ ਦੂਜਾ ਬਚਨ ਹੈ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ। ਹੁਣ ਗੁਰਮੁਖੋ ਜਿਹੜਾ ਤੇ ਦਿਲ ਦੀਆਂ ਗਹਿਰਾਈਆਂ ਤੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨਾਲ ਪਿਆਰ ਕਰਦਾ ਹੋਵੇਗਾ, ਉਹਦਾ ਤੇ ਸੀਸ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਵਿੱਚ ਝੁਕ ਜਾਵੇਗਾ ਕਿ ਗੁਰੂ ਦਾਤਾ ਮੇਰੇ ਮਾਲਕਾ, ਅੱਜ ਤੱਕ ਇਹ ਬੋਲ ਕੰਨਾਂ ਦੇ ਵਿੱਚ ਨਹੀਂ ਸਨ ਪਏ, ਅੱਜ ਬੋਲ ਕੰਨਾਂ ਦੇ ਵਿੱਚ ਦਾਤਾ ਜੀ ਉਹ ਪੈ ਗਏ ਨੇ। ਅੱਜ ਤੋਂ ਬਾਅਦ ਤੇਰੇ ਦਰਬਾਰ ਦੇ ਵਿੱਚ ਮੱਥਾ ਟੇਕ ਕੇ ਮੈਂ ਤੌਬਾ ਕਰਦਾ ਕਿ ਸੱਚੇ ਪਾਤਸ਼ਾਹ ਮੇਰੇ ਘਰ ਦੇ ਵਿੱਚ ਇਹ ਚੀਜ਼ਾਂ ਸੇਵਾ ਨਹੀਂ ਹੋਣਗੀਆਂ। ਤੇ ਦਾਤਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਉਹ ਤੁਹਾਡਾ ਬਚਨ ਕੋਸ਼ਿਸ਼ ਕਰਾਂਗਾ ਕਿ ਮੇਰੇ ਘਰ ਦੇ ਵਿੱਚ ਵਰਤੇ। ਦਾਤਾ ਰਹਿਮਤ ਕਰੇ ਕਿ ਮੇਰਾ ਬਚਨ, ਤੁਹਾਡਾ ਬਚਨ ਜਿਹੜਾ ਇਹ ਝੋਲੀ ਦੇ ਵਿੱਚ ਪਾ ਦੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜਾਂਦੇ ਨੇ ਗੋਡੇ ਦੇ ਕੋਲ। ਸ਼ਬਦ ਇੱਥੇ ਆਪਾਂ ਰਾਖਸ਼ ਨਹੀਂ ਵਰਤਣਾ। ਸਾਖੀ ਨੂੰ ਗੁਰਮੁਖੋ ਰੋਕ ਕੇ ਮਰਿਆਦਾ ਸਮਝ ਲਈਏ। ਸਾਖੀ ਕੰਨ ਰਸ ਨਾ ਬਣ ਜਾਵੇ, ਕਿਉਂਕਿ ਸਮਝ ਨਹੀਂ ਆ ਰਹੀ ਕਿ ਅਸੀਂ ਸਤਿਗੁਰਾਂ ਦੇ ਸਿੱਖ ਹੈ ਵੀ ਜਾਂ ਨਹੀਂ। ਪਹਿਲੀ ਤੇ ਕਹਾਣੀ ਇੱਥੇ ਰੁਕਦੀ ਆ ਕਿ ਸਾਡੇ ਬਾਪ ਦਾ ਬਚਨ ਹੋਵੇ, ਸਾਡੇ ਗੁਰੂ ਦਾ ਬਚਨ ਹੋਵੇ, ਸਾਡੇ ਮੁਰਸ਼ਿਦ ਦਾ ਬਚਨ ਹੋਵੇ, ਸਾਡੇ ਸਿਰ ਦੇ ਸਾਈਂ ਦਾ ਬਚਨ ਹੋਵੇ, ਉਹਨੂੰ ਦੋਨਾਂ ਗੋਡੇ ਜ਼ਮੀਨ ਤੇ ਰੱਖ ਕੇ, ਦੋਨੋਂ ਤਲੀਆਂ ਜਿਹੜੀਆਂ ਜ਼ਮੀਨ ਤੇ ਰੱਖ ਕੇ ਤੇ ਅਸੀਂ ਮਸਤਕ ਝੁਕਾ ਦਿੰਦੇ ਹਾਂ, ਮੱਥਾ ਇਦਾਂ ਹੀ ਟੇਕਦੇ ਆ ਨਾ। ਆਪਾਂ ਕੋਈ ਧੋਖਾ ਥੋੜੋ ਕਰਦੇ ਗੁਰੂ ਦੇ ਨਾਲ, ਫਰਾਡ ਥੋੜਾ ਕਰਦੇ ਕਿ ਸੱਚੇ ਪਾਤਸ਼ਾਹ ਮੈਂ ਤਾਂ ਬੈਠਕਾ ਮਾਰਨ ਵਾਸਤੇ ਆਇਆ। ਆਪਾਂ ਕਹਿੰਦੇ ਦਾਦਾ ਮੈਂ ਮੱਥਾ ਟੇਕਣ ਵਾਸਤੇ ਆਇਆ। ਦਰਬਾਰ ਉਹ ਧੰਨ ਗੁਰੂ ਹਰਗੋਬਿੰਦ ਸਾਹਿਬ ਦਾ ਹੋਵੇ, ਦਰਬਾਰ ਉਹ ਗੁਰੂ ਰਾਮਦਾਸ ਮਹਾਰਾਜ ਜੀ ਦਾ ਹੋਵੇ, ਦਰਬਾਰ ਧੰਨ ਗੁਰੂ ਨਾਨਕ ਸਾਹਿਬ ਦਾ ਹੋਵੇ, ਸੁਲਤਾਨਪੁਰ ਲੋਧੀ ਦੀ ਧਰਤੀ ਤੇ ਹੋਵੇ, ਚਾਹੇ ਅਨੰਦਪੁਰ ਸਾਹਿਬ ਦੀ ਧਰਤ ਹੋਵੇ। ਅਸੀਂ ਕਹਿੰਦੇ ਦਾਦਾ ਇੰਨੀ ਦੂਰ ਤੋਂ ਯਾਤਰਾ ਕਰਨ ਵਾਸਤੇ ਆਏ। ਦੋਨੋਂ ਗੋਡੇ ਮੇਰੇ ਜ਼ਮੀਨ ਦੇ ਉੱਤੇ ਟਿਕ ਗਏ ਨੇ, ਦੋਨੋਂ ਤਲੀਆਂ ਮੈਂ ਜ਼ਮੀਨ ਦੇ ਉੱਤੇ ਲਾਈਆਂ ਤੇ ਦਾਤਾ ਮਸਤਕ ਵੀ ਝੁਕਾ ਦਿੱਤਾ ਹੈ। ਫਿਰ ਕੀਤੀ ਹੈ ਪਰਿਕਰਮਾ, ਗੁਰੂ ਦਾਤਾ ਜਿੰਨੇ ਕੁ ਜੋਗਾ ਮੈਂ ਹਾਂ, ਮੈਂ ਤੇਰੇ ਤੋਂ ਬਲਿਹਾਰੇ ਜਾਣਾ ਸਤਿਗੁਰੂ। ਤੇ ਗੁਰਮੁਖੋ ਇੱਕ ਕਸਮ ਦੇ ਨਾਲੋਂ ਘੱਟ ਕੀ ਹੋ ਗਿਆ ਜਦੋਂ ਗੁਰੂ ਨਾਲ ਬਚਨ ਹੀ ਕਰ ਲਿਆ ਕਿ ਦਾਤਾ ਪਰਿਕਰਮਾ ਦਾ ਭਾਵ ਪਤਾ ਕੀ ਹੁੰਦਾ ਹੈ ਕਿ ਦਾਤਾ ਜੀਓ ਜਿੰਨੇ ਕੁ ਜੋਗਾ ਮੈਂ ਹਾਂ, ਚਮੜੇ ਦਾ ਲਿਫਾਫਾ, ਮੈਂ ਤੁਹਾਡੇ ਤੋਂ ਬਲਿਹਾਰੇ ਜਾਣਾ ਹੈ। ਤੇ ਬਲਿਹਾਰੇ ਜਾਣ ਤੋਂ ਬਾਅਦ ਫਿਰ ਕਹਾਣੀ ਕੀ ਹੁੰਦੀ ਹੈ? ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਾਂਦੇ ਗੋਡੇ ਕੋਲ। ਸ਼ਬਦ ਆਪਾਂ ਰਾਖਸ਼ ਨਹੀਂ ਵਰਤਣਾ, ਕਿਉਂਕਿ ਰਾਖਸ਼ ਉਦੋਂ ਸੀ ਜਦੋਂ ਮਾਸ ਸੇਵਨ ਕਰਦਾ ਸੀ। ਜਿਸ ਦਿਨ ਤੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਮਸਤਕ ਝੁਕ ਗਿਆ ਕੌਡੇ ਦਾ, ਉਸ ਦਿਨ ਤੋਂ ਬਾਅਦ ਉਹ ਰਾਖਸ਼ ਨਹੀਂ ਸੀ। ਅਸੀਂ ਅੱਜ ਤੱਕ ਸ਼ਬਦ ਉਹਦੇ ਵਾਸਤੇ ਰਾਖਸ਼ ਵਰਤੀ ਜਾ ਰਹੇ ਹਾਂ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਮਸਤਕ ਝੁਕ ਗਿਆ। ਦਾਤਾਰ ਸਤਿਗੁਰੂ ਸੱਚੇ ਪਾਤਸ਼ਾਹ ਇਸ ਜੰਗਲ ਦੇ ਵਿੱਚ ਤੇ ਕਦੇ ਕੋਈ ਮਾਨਸ ਆਇਆ ਨਹੀਂ
कदी कोई मनुख आया नहीं, तू आया दातार सतगुरु सच्चे पातशाह, मैनू सोझी हो गई है, अज तो बाद मैं जीव हत्या नहीं करांगा, अज तो बाद मैं जीव हत्या नहीं करांगा। ते गुरुदेव सच्चे पातशाह जी का सिदकी सिख बनिया मांस सेवन करना बंद कर दिता है। ते हुण बरात जदों जाती है तो उत्थे पहला पुछया जाता भाई की खवाओगे। हुण वचन गुरु रामदास दे ने गुरमुखों, किसी किताब दे हुंदे ते तां भी गल गलत सी, किसी रसाले दे हुंदे तां भी असीं तर्क खड़ी कर दिंदे। वचन गुरु साहिब दे ने, दोवें वचन गुरु साहिब दे ने। एक पासे धन गुरु नानक साहब महाराज के चरणों के विच कौडे का मस्तक झुकिया है, दोनों हथ जोड़ के आख्या दातार पिता अज तो बाद जीव हत्या बंद, अज तो बाद मांस सेवन नहीं करांगा। ते अज पुछया जाता है मेनू दे विच कि किहड़ी किहड़ी वैरायटी किहड़ा किहड़ा मांस सानू खवाया जाएगा। सिरां दे उत्ते दोनों पासे दस्तारां ने, लड़की वालियां दे भी और लड़के वालियां दे भी। जे नहीं है तो आपां कह सकते कि दस्तारां नहीं हैं। दस्तारधारी सारे ने, हर एक कहता मैं बाबे नानक दा सिख। बाबे नानक की सिक्खी मेरे घर तो शुरू होती है तो मेरे दरवाजे ते खत्म हो जाती है जाके, क्योंकि मैं अपने हिसाब नाल मर्यादा बनाई हुई है। किहड़ा किहड़ा मांस तुसीं सेवन करवा रहे हो, फिर दस्सिया जांदा भाई फलाना फलाना करवा देवांगे। हुण गुरमुखो मनां दे अंदर झाती मारनी है, क्योंकि तुसीं धन गुरु हरगोबिंद साहब महाराज सच्चे पातशाह जी नूं प्यार करदे हो, गुरु हरगोबिंद साहब महाराज दे चरनां दे नाल प्यार करदे हो। गुरमुखो कौडा मांस सेवन करदा सी शब्द वरतिया है, क्योंकि बाद दे विच उहने छड्ड दित्ता है। कौडा मांस सेवन करदा सी, एक शब्द धन गुरु नानक साहब महाराज का मन दे विच वसिया है, मांस सेवन करना बंद कर दिता है। पर अज का दस्तारधारी कहता मैं मांस भी सेवन करांगा। धन गुरु हरगोबिंद साहब महाराज जी हो, धन गुरु रामदास महाराज सच्चे पातशाह, कौडा मेरे सामने की है, कौडा केवल मांस सेवन करता सी, मैं नाल शराब भी सेवन करांगा। हुण इत्थे भी देखना पवेगा कि सतगुर सच्चे पातशाह दाता रहमत करे, केवल मांस सेवन करना उन्हें छड्ड दिता है। पर अज किहड़े शब्द गुरमुखो मनुख दे लई वरते जाण कि मांस दे नाल शराब भी सेवन की जा रही है। वो भी जदों लड़की का विआह हुंदा है तो वचन गुरु रामदास महाराज जी दे ने वचन कहे ने गुरां ने गोइंदवाल साहब की धरती ते कि सहारी मल जी लड़की के तुहाडे घर दे विच गए, तुसीं बरात दे विच शामिल करके लैके जाओगे तो लड़की के बाप के सिर के उत्ते बोझ पवेगा, लड़की का बाप करजाई हो जाएगा। तो अज तो गुरमुखो पहला ही लिस्टां जिहड़ियां घरां दे विच पहुँच जांदियां ने। गुरमुखो जिहड़ा बाबे नानक दा सिख होवेगा, जिहड़ा गुरु हरगोबिंद साहब महाराज के चरनां दे नाल सच्चे दिलों प्यार करता होवेगा, गुरमुखो इस संसार के अंदर ते रहना किसी ने नहीं। कोई किलो मांस सेवन कर लेगा, कोई 50 किलो कर लवेगा, अखीर नूं ये मांस का टुकड़ा इत्थे छड्ड के जाना। ये जिहड़ा असीं वड्डा कर रहे हैं ना मांस का टुकड़ा खा खा के अपना, एक दिन नूं इत्थे ही रह जाएगा। तो किसी के मन लकड़ा लगदियां ने, किसी के 2 लग जांदियां, किसी के 2.5 लग जाणगीआं। होर की सजाइयां ने ना संसार दीआं। है कोई माइता लाल दुनिया दे विच जिहड़ा बांह कट के आखे कि मैं संसार तो नहीं जावांगा। जाना पैना भाई, तो जदों जाना है तो फिर गुरु का वचन तो गुरमुखों पहल के आधार पर सानू मनना पवेगा। गुरु का वचन भी असीं छक्के के उत्ते टंगिया होया है, क्योंकि ये हवाले तां दिते जा रहे हैं विद एविडेंस गल्लां ने कि जो कुछ अज वरतारे पैलसां दे विच वरतदे ने वो सच्चाइयां ने। बरत सानू कोई गिला नहीं उहदे नाल, पर जिहड़ा बाबे नानक दा सिख है, जिहड़ा गुरु रामदास महाराज जी दा सिख है, जिहदा एक बार मत्था गुरु रामदास के दरबार दे विच जाके झुकिया गुरमुखो, उहदे वास्ते नहीं। जिहदे सिर दे उत्ते दस्तार है ਉਹਦੇ वास्ते नहीं, क्योंकि गुरु रामदास महाराज जी ने वर्जित किया। जिस गल बहुत सारिया मर्यादा ने ਜਿਹੜੀਆਂ साखियां के अंदर ने, पर वो किसी कोने के विच ही पईयां ने, ਜਿਹੜੀਆਂ साडे तक साडे कन्नां तक पुजदियां ना कीतियां गईयां। क्योंकि मास नाल संबंधित जिहड़ा शब्द आया सी गुरमुखो, साखी नाल अगलेरी सांझ पाउण तो पहलां ये सांझ आपां पा लईए। क्योंकि गुरमुखो बार बार बेनती है कि साखी कोई भी है ना,
ਉਹ ਕੰਨ ਰਸ ਨਾ ਬਣੇ। ਜਿੱਥੇ ਵੀ ਮਰਜ਼ਾਦਾ ਆਉਂਦੀ ਹੈ ਰੁਕ ਕੇ ਸਮਝੀਏ ਗੁਰੂ। ਮੇਰੇ ਵਾਸਤੇ ਵੀ ਆ, ਮੈਂ ਵੀ ਪਹਿਲਾਂ ਸਮਝਾਂ ਉਹਨੂੰ ਕਿ ਗੱਲ ਆਈ ਹੈ ਮਾਸ ਦੀ ਤੇ ਸ਼ਰਾਬ ਦੀ। ਮਾਸ ਸੇਵਨ ਕਰਨਾ ਕੌਡੇ ਨੇ ਤੋਬਾ ਕੀਤੀ ਹੈ, ਪਰ ਅੱਜ ਜਿਸ ਦਾਤੇ ਦੇ ਦਰਬਾਰ ਦੇ ਵਿੱਚ ਆਪਾਂ ਬੈਠੇ ਆ ਨਾ, ਇਸ ਦਾਤੇ ਦਾ ਇਤਿਹਾਸ ਸਾਰੇ ਜਾਣਦੇ ਆ ਕਿ ਗੁਰੂ ਸਤਿਗੁਰ ਸੱਚੇ ਪਾਤਸ਼ਾਹ ਛੇਵੇਂ ਪਾਤਸ਼ਾਹ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਅੱਜ ਜਿਹੜੀ ਚਾਰ ਦੀਵਾਰੀ ਦੇ ਅੰਦਰ ਤੁਸੀਂ ਬੈਠੇ ਹੋ। ਪਹਿਲੀ ਗੱਲ ਤੇ ਗੁਰੂ ਦਾਤੇ ਦੀ ਕਿੰਨੀ ਕਿਰਪਾ ਹੋਵੇਗੀ ਤੁਹਾਡੇ ਸਿਰ ਦੇ ਉੱਤੇ ਕਿ ਮਾਲਕ ਨੇ ਕਿਰਪਾ ਕੀਤੀ ਹੈ ਤੇ ਤੁਸੀਂ ਇੱਥੇ ਆ ਕੇ ਬੈਠੇ ਹੋ। ਨਹੀਂ ਤੇ ਸੰਸਾਰ ਬਹੁਤ ਵਸਦਾ ਹੈ, ਬੜਾ ਸੰਸਾਰ ਵਸਦਾ ਹੈ। ਕੰਮਾਂ ਕਾਰਾਂ ਤੋਂ ਸਾਨੂੰ ਟਾਈਮ ਨਹੀਂ ਹੁੰਦਾ, ਸਾਨੂੰ ਵੇਲ ਨਹੀਂ ਮਿਲਦਾ। ਕੋਈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾਤੇ ਦੀ ਕਿਰਪਾ ਹੋਈ ਹੈ ਕਿ ਤੁਸੀਂ ਮਾਲਕ ਦੀ ਚਾਰ ਦੀਵਾਰੀ ਦੇ ਅੰਦਰ ਅੱਜ 14 ਦੇ ਦਿਹਾੜੇ ਤੇ ਬੈਠੇ ਹੋ। ਨਹੀਂ ਤੇ ਦੁਨੀਆ ਬੜੀ ਵਸਦੀ ਹੈ, ਬਹੁਤ ਦੁਨੀਆ ਰਹਿੰਦੀ ਹੈ ਸੰਸਾਰ ਦੇ ਅੰਦਰ। ਇਸ ਚਾਰ ਦੀਵਾਰੀ ਦੇ ਅੰਦਰ ਮੇਰੇ ਦਾਤੇ ਨੇ ਇਬਾਦਤ ਕੀਤੀ ਹੈ। ਆਪਾਂ ਸਾਰੇ ਜਾਣਦੇ ਹਾਂ, ਆ ਭੋਰਾ ਸਾਹਿਬ ਸਥਾਨ ਦੇ ਉੱਤੇ ਮਾਲਕ ਸੱਚੇ ਪਾਤਸ਼ਾਹ ਜੀ ਇਬਾਦਤ ਕਰਦੇ ਨੇ। ਪੁਰਾਤਨ ਬਜ਼ੁਰਗ ਵੀ ਦੱਸਦੇ ਨੇ ਕਿ ਇੱਥੋਂ ਸਿਲਬਲੇ ਸੀ, ਪਿਛਲੇ ਪਾਸੇ ਪਾਣੀ ਹੈ, ਕਿਉਂਕਿ ਪਾਣੀ ਦੇ ਸਰੋਤ ਉਦੋਂ ਘੱਟ ਹੁੰਦੇ ਸਨ। ਗੁਰੂ ਦਾਤਾ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਇਸ ਅਸਥਾਨ ਤੋਂ ਜਾਂਦੇ ਨੇ ਅੰਮ੍ਰਿਤਸਰ ਸਾਹਿਬ। ਤੇ ਜਿਸ ਦਿਨ ਗੁਰਮੁਖੋਂ ਅੰਮ੍ਰਿਤਸਰ ਸਾਹਿਬ ਜਾਂਦੇ ਨੇ, ਹੁਣ ਦੋ ਦਾਤਿਆਂ ਦੀਆਂ ਮਰਜ਼ਾਦਾ, ਦੋ ਸਤਿਗੁਰਾਂ ਦੀਆਂ ਮਰਜ਼ਾਦਾ ਆਪਾਂ ਸਾਹਮਣੇ ਰੱਖੀਆਂ ਨੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ, ਤੇ ਹੁਣ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ। ਗੁਰੂ ਸਤਿਗੁਰ ਸੱਚੇ ਪਾਤਸ਼ਾਹ ਛੇਵੇਂ ਪਾਤਸ਼ਾਹ ਇਸ ਅਸਥਾਨ ਤੋਂ ਗੁਰਦੁਆਰਾ ਦਾਤਾ ਬੰਦੀ ਛੋੜ ਸਾਹਿਬ ਤੋਂ ਅੰਮ੍ਰਿਤਸਰ ਸਾਹਿਬ ਦੀ ਧਰਤ ਤੇ ਜਾਂਦੇ ਨੇ। ਜਦ ਪਹੁੰਚੇ ਨੇ, ਬਾਬਾ ਬੁੱਢਾ ਸਾਹਿਬ ਜੀ ਨੇ ਅਗਵਾਈ ਦੇ ਵਿੱਚ ਦੀਪਮਾਲਾ ਹੋਈ, ਘਿਓ ਦੇ ਦੀਵੇ ਜਗਾਏ ਨੇ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕੜਾਹ ਪ੍ਰਸ਼ਾਦ ਦੀ ਦੇਗ ਕਰਵਾਈ ਗਈ ਹੈ ਤੇ ਰੱਬੀ ਬਾਣੀ ਦੀ ਇਬਾਦਤ ਹੋਈ ਹੈ। ਇਹ ਸੀ ਸਾਡਾ ਦੀਵਾਲੀ ਨਾਲ ਸੰਬੰਧਿਤ। ਪਰ ਅੱਜ ਝਾਤ ਮਾਰੀਏ ਕਿ ਦੀਵਾਲੀ ਵਾਲੀ ਰਾਤ, ਪਹਿਲੀ ਰਾਤ ਸਾਨੂੰ ਬਰੂਦ ਦੇ ਢੇਰ ਦੇ ਉੱਤੇ ਬਿਠਾ ਦਿੱਤਾ ਜਾਂਦਾ। ਭਾਈ ਤੂੰ ਕਿੰਨੇ ਦੇ ਲੈ ਕੇ ਆਇਆ? 1000 ਦੇ। ਮੈਂ ਤਾਂ 2 ਦੇ ਲੈ ਕੇ ਆਵਾਂਗਾ, ਕਿਉਂਕਿ ਬਚਨ ਕੌੜੇ ਲੱਗਦੇ ਨੇ, ਕਿਉਂਕਿ ਅੱਜ ਦੇ ਸਮੇਂ ਦੇ ਅਨੁਕੂਲ ਨਹੀਂ ਹੈ ਗੁਰਦਾਤੇ ਦੇ ਬਚਨ, ਇਸ ਕਰਕੇ ਸਾਨੂੰ ਕੌੜੇ ਲੱਗਦੇ ਨੇ। ਬਾਬਾ ਬੁੱਢਾ ਸਾਹਿਬ ਨੇ ਪਟਾਕੇ ਨਹੀਂ ਖਰੀਦ ਕੇ ਲਿਆਂਦੇ, ਉੱਥੇ ਕੋਈ ਪਟਾਕੇ ਦੀਆਂ ਫੈਕਟਰੀਆਂ ਨਹੀਂ ਸਨ। ਪਰ ਅੱਜ ਦੀਵਾਲੀ ਵਾਲੀ ਰਾਤ, ਜੇ ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਸੱਚੇ ਦਿਲੋਂ ਪਿਆਰ ਕਰਦੇ ਹੋ, ਜੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਸੱਚੇ ਦਿਲੋਂ ਇਬਾਦਤ ਕਰਦੇ ਹੋ, ਤੇ ਗੁਰਮੁਖੋ ਜੋ ਆਪਣੇ ਬਾਪ ਦਾ ਹੁਕਮ ਹੈ ਨਾ, ਉਹ ਪੁੱਤ ਨੂੰ ਪਹਿਲ ਦੇ ਆਧਾਰ ਤੇ ਮੰਨਣਾ ਚਾਹੀਦਾ ਹੈ। ਦੀਵਾਲੀ ਵਾਲੀ ਰਾਤ ਅਸੀਂ ਬਰੂਦ ਦੇ ਢੇਰ ਦੇ ਉੱਤੇ ਬੈਠੇ ਹੁੰਦੇ ਹਾਂ ਤੇ ਇੱਥੋਂ ਤੱਕ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਇੱਕ ਪਾਸੇ ਅਸੀਂ ਕਹਿੰਦੇ ਬਲਿਹਾਰੇ ਕੁਦਰਤ ਵਸਿਆ, ਤੇਰਾ ਅੰਤਰਾ ਜਾਈ ਲਖਿਆ ਦਾਤਿਆ, ਤੇਰੀ ਕੁਦਰਤ ਤੇਰੀ ਬਣਾਈ ਹੋਈ ਹੈ। ਤੇ ਅਸੀਂ ਇੰਨਾ ਕੁ ਪੋਲਿਊਸ਼ਨ ਕਰਨੇ, ਇਹ ਵੀ ਕਿਹਾ ਜਾਂਦਾ ਕਿ 7-15 8-15 ਦੇ ਉੱਤੇ ਆਤਿਸ਼ਬਾਜ਼ੀ ਸਾਨੂੰ ਵਿਖਾਈ ਜਾਵੇਗੀ। ਅਸੀਂ ਬੱਚੇ ਹਾਂ, ਉਹ ਗੁਰਮੁਖੋ ਆਪਾਂ ਨਿਆਣੇ ਆ, ਹੁਣ ਕਿ ਆਤਿਸ਼ਬਾਜ਼ੀ ਵੇਖਣੀ ਹੈ। ਜੋ ਕੁਛ ਆਪਣੇ ਹੱਥ ਦੇ ਵਿੱਚ ਹੋਣਾ ਸੀ ਉਹਨਾਂ ਨੇ ਖੋਹ ਲਿਆ। ਸਾਡੇ ਕੋਲ ਸ਼ਸਤਰ ਹੋਣੇ ਚਾਹੀਦੇ ਸਨ, ਸਾਡੇ ਕੋਈ ਮੱਲ ਅਖਾੜੇ ਹੋਣੇ ਚਾਹੀਦੇ ਸਨ, ਸਾਡੇ ਕੋਈ ਗਤਕਾ ਅਖਾੜੇ ਹੋਣੇ ਚਾਹੀਦੇ ਸਨ। ਸਿਰ ਤੋਂ ਦਸਤਾਰ ਕੋਈ ਤੁਰਿਆ ਜਾਂਦਾ, ਲਾਹ ਕੇ ਲੈ ਜਾਂਦਾ ਹੈ ਤੇ ਸਾਨੂੰ ਵਿਖਾਇਆ ਕੀ ਜਾ ਰਿਹਾ ਹੈ? ਆਤਿਸ਼ਬਾਜ਼ੀ ਵੇਖੋ, ਆ ਪਟਾਕੇ ਚੱਲਦੇ ਵੇਖੋ ਕਿੱਦਾਂ ਚੱਲਦੇ ਨੇ। ਬਾਬਾ ਬੁੱਢਾ ਸਾਹਿਬ ਜੀ ਨੇ ਪਟਾਕੇ ਚਲਾਏ ਸਨ, ਘਿਓ ਦੇ ਦੀਵੇ ਜਗਾਏ ਨੇ, ਇਬਾਦਤ ਕੀਤੀ ਹੈ ਤੇ ਕੜਾਹ ਪ੍ਰਸ਼ਾਦ ਦੀ ਦੇਗ ਕੀਤੀ ਸੀ। ਕੜਾਹ ਪ੍ਰਸ਼ਾਦ ਦੀ ਦੇਗ ਕਰਵਾਈ ਹੈ। ਤੇ ਗੁਰਮੁਖੋ ਅੱਜ ਦੇ ਹਾਲਾਤ ਕੀ ਨੇ? ਪੰਜਾਬ ਦੀ ਧਰਤੀ ਤੇ 12,343 ਪਿੰਡ ਲਗਭਗ ਇੰਨੇ ਕੁ ਪਿੰਡ ਨੇ। ਤੇ ਦੀਵਾਲੀ ਵਾਲੀ ਰਾਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਹੁਕਮ ਸੀ ਕਿ ਦੀਵਾਲੀ ਵਾਲੀ ਰਾਤ ਗੁਰਮੁਖੋ ਆਪਾਂ ਦੀਵੇ ਜਗਾਉਣੇ ਨੇ। ਖੁਸ਼ੀ ਦਾ ਮਾਹੌਲ ਹੈ, ਜਗਾ ਲੈ ਭਾਈ, ਕੋਈ ਗੱਲ ਨਹੀਂ, ਠੀਕ ਹੈ। ਕੜਾਹ ਪ੍ਰਸ਼ਾਦ ਦੀ ਦੇਗ ਹੁੰਦੀ ਸੀ, ਸਾਡੇ ਘਰਾਂ ਦੇ ਵਿੱਚੋਂ ਅਲੋਪ ਹੈ। ਤੇ ਗੁਰਮੁਖੋ ਜਿਹੜੀ ਅਹਿਮ ਗੱਲ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਿਸ ਦਿਨ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਗਿਆ ਸੀ, ਮਾਲਕ ਦਾਤਾਰ ਜੀਓ, ਮੇਰਾ ਫਰਜ਼ ਬਣਦਾ ਸੀ ਕਿ ਉਸ ਰਾਤ ਮੇਰੇ ਘਰ ਦੇ ਵਿੱਚ ਇਬਾਦਤ ਹੋਵੇ, ਉਸ ਰਾਤ ਮੇਰੇ ਘਰ ਦੇ ਵਿੱਚ ਸ਼ਬਦ ਪੜ੍ਹੇ ਜਾਣ। ਮੈਂ ਆਪਣੇ ਪਰਿਵਾਰ ਨੂੰ ਲੈ ਕੇ ਬੈਠਾ, ਤੇਰਾ ਇਤਿਹਾਸ ਦੱਸਾਂ ਦਾਤਿਆ, ਤੁਹਾਡੇ ਸ਼ਬਦ ਪੜ੍ਹੇ ਜਾਣ ਮੇਰੇ ਘਰ ਦੇ ਵਿੱਚ। ਘਰ ਘਰ ਅੰਦਰ ਧਰਮਸਾਲ,
सिख का घर गुरुद्वारा होना चाहिए से 550 साल भी मना लिया है धन गुरु नानक देव महाराज सच्चे पातशाह जी का। घर घर अंदर धर्मसाल होवे कीर्तन सदा वसोआ, पटाके चलाए नहीं, होवे कीर्तन सदा वसोआ। इत्थों का तो पता नहीं, पंजाब की धरती तो आवाज़ आती है गुरु हरगोबिंद साहब महाराज जी हो तुसीं गए सी अमृतसर साहिब की धरती के उत्ते, ते मैं चैलेंज करके ये गल गुरु हरगोबिंद साहब महाराज जी हो कहना, क्योंकि शब्द वरतने तो नहीं चाहिए पर जो सच्चाइयां ने विद एविडेंस है कि पंजाब का किहड़ा पिंड है गुरमुखो दिवाली वाली रात जिथे शराब सेवन नहीं की जाती, वो किहड़ा पिंड है पंजाब का गुरुआं ते वीरां की धरती है जिथे दिवाली वाली रात मास ते शराब सेवन नहीं किए जाते। आ साडा इतिहास है, इन्ना कुछ सामभ्या है, शताब्दियां भी मनाइया, 500 साल भी मना लिया, 550 साल भी मना लिया, भाई इन्ने करोड़ के टेंट लग गए। गुरमुखो किहड़ा पिंड है पंजाब का जिहड़ा बाह कढ के आखे कि साडे पिंड दे विच भाई शराब सेवन नहीं होंदी। जिदन गुरु दाता सचखंड श्री हरमंदर साहिब गया, हर एक पिंड दे विच पंजाब तो ही गल शुरू होनी सी ना, उन्हां उत्थे ही हथ पाया जाके कहते इत्थों ही शुरुआत करांगे। तुसीं 50 साल बाद किवें कह दोगे कि मेरे दादे की मर्यादा ये सी, गुरु हरगोबिंद साहब सच्चे पातशाह सचखंड श्री हरमंदर साहिब आए ने ते बाबा बुढ़ा साहब ने दीपमाला की है, कड़ा प्रशाद की देग हुई है, इबादत की गई है। अज सिख के घर के विचों इबादत नहीं लभेगी, अज सिख के घर के विच बरूद का ढेर नज़र आएगा। अज सिख के घर के विच दिवाली वाली रात जिद के शराब पीती जाती है। इन्ना का सफर किया 550 साल के विच ते वचन कीता गुरु का, गुर का वचन बसे जी नाले ते जे इत्थे अगवाई बाबा बुढ़ा साहब ने की है। इंद्री जित सिख कुतबे सतारे पूरन ब्रह्म ज्ञानी, धन बाबा बुढ़ा साहब जी जिहदे नाल साहिब भी लगे है, उस महापुरख ने अगवाई की सी कि उहदा वचन आपां नहीं मनांगे। उन्होंने जिहड़ी मर्यादा जिहड़ी उस रात कायम की है, वो मर्यादा गुरमुखो आपां नहीं मनांगे, वो मर्यादा शिके दे उत्ते टंग दित्ती गई। क्योंकि बचन गुरु रामदास महाराज जी तो आप आरंभ किया सी, जिन्नियां भी मर्यादा ने ना गुरमुखो किसी पासे ध्यान मार के वेखिए सब अलोप कर दित्तियां ने। ते असीं भी कोई बहुता यतन नहीं किया कि साडे गुरां दी मर्यादा है, साडे गुरां ने सानू रस्ता विखाया से असीं उस रस्ते दे उत्ते चल सकीए। क्योंकि गुरु नानक साहब महाराज सच्चे पातशाह जी के वचन आप साझे किए हैं, धन गुरु रामदास महाराज सच्चे पातशाह जी के वचन साझे किए हैं, गुरु हरगोबिंद साहब महाराज सच्चे पातशाह जी के वचन आप साझे किए हैं। गुर का वचन बसै जी नाले। हुण गुरमुखो अपने मनां दे अंदर असीं झाती मारनी है कि किन्ना क असीं सतगुरां दा वचन मनदे हां, सतगुरां दे वचन दे उत्ते किन्ना को असीं चलदे हां। कि जिहड़े धन गुरु नानक साहब महाराज जी ने वचन किए ने वो भी असीं वसार दिते। धन गुरु रामदास महाराज जी ने इनकार किया है कि असीं ब्याह कारजां 'च शामिल नहीं हो सकते, लड़की के बाप के सिर के उत्ते भाई बोझ पवेगा। ते असीं ते कहने हैं जदों तक लड़की के बाप की लाश किसी रुख नाल लटकदी नहीं मिलती करजाई हो के, उन्ना चिर असीं रोक नहीं सकते। जे 4 धीआं दा बाप है गुरमुखो बाद दे विच रिजल्ट यही होता है। पंजाब की धरती ते है, नैट तुहाडी जेब दे विच हर एक दे कोले मौजूद है। ये सच्चाइयां ने मनीए जां असीं ना मनीए। 4 बच्चियां दा बाप जे इस हिसाब दे अज दे समय दे नाल 2000 प्लेट दे नाल शादी करेगा ना तो उहदा अंत ये भी होवेगा किले 1.5 किले वाले दा, और हुंदा भी है। फिर असीं कहने किसान जिहड़ा वो करजाई बहुत है, किसान दुखी बहुत है। ये दस्तारधारी दुखी बड़े ने गुरमुखो। सानू तो साडा दाता सुखी करके गया से। गुरु रामदास महाराज जी का तो वो तख्त से दुनिया भर दे विच डिप्रैशन की दवाई नहीं मिलती, दुनिया भर दे विच डिप्रैशन की दवाई नहीं मिलती। डॉक्टर नींद दीयां गोलियां दे दिंदा, कहंदा भाई खा के सौ जी। वो गुरु रामदास महाराज जी का दरबार है जिथे गुरमुखो डिप्रैशन की दवाई नहीं मिलती है। लब, लोभ, काम, क्रोध, मोह मार कटे तो दसा परवारे। गुरु रामदास महाराज जी के दर दे
गुरु दाता रहमत करे, सतगुर सच्चे पातशाह रहमत करे, असी अपने घर दे विच वापस आ जाइए। क्योंकि गुरमुखो कभी भी असी इन्हां गल्लां दे वल ध्यान नहीं दिता। हाला लाला हुंदी है, भाई दिवाली आ गई, बच्चों को भी चाह हुंदा है, बजुर्गों को भी हुंदा है, ते नौजवानी को भी हुंदा है। किसी को नवे वस्त्र पाउण दा है, किसी को पटाके चलाउण दा है, ते किसी को खाण दा है। आ हालात ने साडी दिवाली दे। ते दादे का इतिहास इस स्थान तो शुरू होता है। तो किन्ना कसी गुरु हरमंद साहब महाराज जी का वचन कमाया है, ये असीं हुण अपने अंदर आप झाती मार के वेखणी है कि किहड़ी दलीस के उत्ते लिया के सानूं खड़ा कर दिता। जिस दिन धन गुरु नानक देव महाराज सच्चे पातशाह जी ने इनकार कर दिता सी ना पंडित हरदयाल नूं कि मैं नहीं गल दे विच पाउणा, गुरमुखो उस दिन तो तैयारियां शुरू हो गई सी कि ये तेरे सिखां दे पैरां दे थले मैं अंगियार विछा के रख देवांगा। पर होया विछाए ने साडे पैरां दे थले। गुरमुखो किहड़े मान दे नाल पंजाब की धरती के विछिंदे बाह कढ के आखणगे कि गुरु हरमंद साहब महाराज सच्चे पातशाह जी का अज दिहाड़ा है दिवाली का। किहड़ा पिंड है पंजाब का जिहड़ा बाह कढ के आखेगा कि मेरे पिंड दे विच घर घर दे विच अज कीर्तन होना है, अज गुरु हरमंद साहब महाराज सच्चे पातशाह अमृतसर साहिब की धरती के उत्ते आए ने। बरूद साडे हत्थां दे विच दिता गया, शस्त्र साडे खो ले गए। बरूद साडे हत्थां दे विच दिता गया, शस्त्र चलाउण दे अखाड़े साडे अलोप कर दिते गए। किते भी ध्यान मार के गुरमुखो वेखियो किन्ने क गतका अखाड़े तुहानूं नज़र आउंदे ने जिथों बाप गुरु गोबिंद सिंह महाराज जी ने शस्त्र हत्थां 'च फड़ाए। जिहड़े दाते दे दरबार 'च बैठे हो, इस दाते ने मेरी ते पीरी दे दो शस्त्र रखे ने। ते गुरमुखो पहली गल तो शस्त्र धारण करने वास्ते कोई तैयार ही नहीं होता। पहली तो कहानी इत्थे है ना, पंडित हरदयाल ने जिहड़ा कहा सी तेरे सिखां दे पैरां दे थले मैं अंगियार विछा के रख दियांगा। बाबा तू ते कहना मैं गल दे विच नहीं पाउंदा, ये गिड्डियां नाल भी बन्नणगे, ये डौड़ियां दे नाल भी बन्नणगे, ये मोढियां दे नाल भी बन्नणगे, ये घर दे उत्ते कालियां तौड़ियां भी लाउणगे। असीं लाईयां ने, असीं लाईयां ने गुरमुखो। किते ध्यान मार के देखो, बाबे नानक दे सिख नूं कोई डर है? कालक अपने कोठे के उत्ते असीं टंगी हुंदी है, सानूं कोई डर है? गुर का बचन बसे जी नाले, भाव की है कि सानूं यकीन ही नहीं आया। साडे गोडे दे नाल कुछ बनिया है, साडे गिट्टे दे नाल काले रंग दा कुछ होर बनिया है, साडे मोढे दे नाल होर कुछ है, ते साडे गल दे विच कुछ होर लटकदा। सच्चाइयां ने मालिक दे बचन ने गुरमुखो, कहण तो कोई अंग्रेज नहीं। जिहड़ा सतगुर दा बचन है ना, जिहड़ा मालिक दा बचन है गुरमुखो, ते मालिक दा ही दरबार है। सच सुनाए सी सच की बेला, कित्थे बख्शे जावांगे गुरमुखो। गुरु दाता रहमत करे, असी अपने घर दे विच वापस आईए। गुरु की मर्यादा जिहड़ी बहाल करिए। ते कह दिता जाता भाई नक नहीं रहिंदा, गुरमुखो ये नक भी इत्थे रह जाता है, ये पैर भी इत्थे रह जाते हैं, ये वडियाइयां भी इत्थे रह जांदियां, वो 2.5 मन लकड़ा जी सड़ के सवाह हो जांदियां। कोई सिद्धा ते बंदा जाता वेखिए नहीं, किसी को पानी दे विच हुंदा, कोई धरती दे विच दब दिता जाता, कोई लकड़ां दे नाल साड़ दिता जाता। गुरमुखो उदों नक कित्थे जांदा साडा? गुरु की मर्यादा गुरमुखो सिर मत्थे ते मनीए, पहल के आधार के उत्ते गुरु दाते की गुरमुखो मर्यादा मनीए। बहुत दूर चले गए हैं आप गुरु के वचनों तो, बहुत ही दूर चले गए। समा इन्ना नहीं कि सांझ पाई जाए, कल के दीवाना दे विच सांझ पावांगे कि दिवाली वाली रात होर की कुछ किया जाता है। रूख मात्र सांझ पा दें, दिवाली वाली रात गुरमुखो एक लत होर लगी है कि जुआ खेडिया जाता है। दिवाली वाली रात अंगियार विछाए ने अगले ने पैरों के थले लिया के। दिवाली वाली रात सिर के उत्ते दस्तार है। दिवाली वाली रात हाँ भाई किवें है, किन्ने दा खेडेगा? इन्ने दा खेडदे हैं। दिवाली वाली रात जुआ भी खेडिया जाता है। दिवाली वाली रात शराब भी सेवन की जाती है। तो एक होर है, दिवाली वाली रात कबरां दे विच जाके उल्टे सीधे इल्म भी पढ़े जाते हैं। ये पंजाब च भी बीमारी है। ये गुरु हरमंद साहब महाराज सच्चे पातशाह जी का सत्कार कर रहे असीं, ते जिन्हां तो आस सी सरमौर संस्थावां तो कि कोई कन्न दे विच गल पाउणगीआं, उन्हां खामोशी धारी हुई है कि सिखो तुहानूं पता कित्थों लगेगा, असीं दस्सांगे नहीं तुहानूं पता कित्थों लगेगा। गुरु दाता रहमत करे,
ਸਤਿਗੁਰ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦਾਤਿਆ ਕਲਯੁਗੀ ਜੀਵ ਹਾਂ ਭੁੱਲ ਜਾਂਦੇ ਆ ਖਿਨ ਖਿਨ ਭੁੱਲਣ ਹਾਰਾ ਗੁਰੂ ਦਾਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਓ ਰਹਿਮਤ ਕਰਿਓ ਕਿਰਪਾ ਕਰਿਓ ਕਿ ਤੁਹਾਡੀ ਜਿਹੜੀ ਮਰਜ਼ਾਦਾ ਸਾਡੇ ਘਰ ਦੇ ਵਿੱਚ ਬਹਾਲ ਹੋ ਸਕੇ। ਮੇਰੇ ਅੰਦਰ ਸਮਰੱਥਾ ਨਹੀਂ ਕਿ ਮੈਂ ਆਪਣੇ ਘਰ ਦੇ ਅੰਦਰ ਮਰਜ਼ਾਦਾ ਤੁਹਾਡੀ ਬਹਾਲ ਕਰਦੇ ਹਾਂ, ਮੇਰੇ ਚਮੜੇ ਦੇ ਲਿਫਾਫੇ ਦੇ ਅੰਦਰ ਏਡੀ ਵੱਡੀ ਸਮਰੱਥਾ ਨਹੀਂ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਓ ਤੇਰੇ ਦਰ ਦੇ ਉੱਤੇ ਅਰਦਾਸ ਹੈ, ਤੇਰੇ ਦਰ ਦੇ ਉੱਤੇ ਬੇਨਤੀ ਤੇ ਜੋਦੜੀ ਹੈ। ਸਤਿਗੁਰ ਸੱਚੇ ਪਾਤਸ਼ਾਹ ਕਿਣਕਾ ਮਾਤਰ ਰਹਿਮਤ ਦੀ ਦਾਤ, ਨਾਮ ਦੀ ਦਾਤ ਝੋਲੀ ਦੇ ਵਿੱਚ ਪਾ ਦੇ। ਅੱਜ ਸੰਗਤ ਦੀ ਹਾਜ਼ਰੀ ਮਾਲਕ ਦਰ ਦੇ ਉੱਤੇ ਪ੍ਰਵਾਨ ਕਰੇ, ਦਿਲ ਫੁੱਲ ਭੇਟਾਵਾਂ ਦਾਤਾ ਦਰ ਦੇ ਉੱਤੇ ਪ੍ਰਵਾਨ ਕਰੇ। ਧੰਨ ਗੁਰੂ ਹਰਗੋਬਿੰਦ ਸਾਹਿਬ ਆਪਣੇ ਦਰੋਂ ਘਰੋਂ ਸਿੱਖੀ ਸਿਰਫ ਭਰੋਸਾ ਨਾਮਦਾਨ ਅੰਮ੍ਰਿਤ ਵੇਲੇ ਦੀਆਂ ਦਾਤਾਂ ਬਾਣੀ ਤੇ ਬਾਣੀ ਨਾਲ ਪਿਆਰ ਬਖਸ਼ਿਸ਼ ਕਰਨ। ਸਤਿਗੁਰ ਸੱਚੇ ਪਾਤਸ਼ਾਹ ਹੋਈਆਂ ਭੁੱਲਾਂ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਜੀ ਕੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਦੇਣਾ ਜੀ। ਝੁਕਾਓ ਸੀਸ ਬੁਲਾਈਏ ਫਤਿਹ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ